ਮਨਦੀਪ ਰਿੰਪੀ ਦੀ ਅਧਿਆਪਕ ਦਿਵਸ ਨੂੰ ਸਮਰਪਿਤ ਕਹਾਣੀ ਫਰਕ ਤਾਂ ਪੈਂਦਾ ਹੈ। ਰਹੀਮ ਦੀ ਗੱਲ ਸੁਣ ਮੈਂ ਘਬਰਾ ਗਈ। ਮੈਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਸੀ ਹੋ ਰਿਹਾ। ਮੇਰੀ ਨਿਗਾਹ ਰਹੀਮ ਦੇ ਬੁੱਲ੍ਹਾਂ ਤੇ ਟਿਕੀ ਹੋਈ ਸੀ ਜੋ ਅਜੇ ਵੀ ਬੁੜਬੜਾ ਰਹੇ ਸਨ। ਉਸ ਦੀਆਂ ਘੂਰਦੀਆਂ ਅੱਖਾਂ ਤੋਂ ਮੈਂ ਸਹਿਮ ਗਈ। ਮੇਰੇ ਅੰਦਰ ਖਲਬਲੀ ਮਚ ਗਈ। ਅਚਨਚੇਤ ਮੇਰੀਆਂ ਲੱਤਾਂ ਕੰਬਣ ਲੱਗੀਆਂ ਤੇ ਮੇਰੀ ਜ਼ੁਬਾਨ ਜਿਵੇਂ ਸੰਗ ਵਿੱਚ ਹੀ ਅੜ ਗਈ ਹੋਵੇ। ਮੈਨੂੰ ਕੋਈ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਕੀ ਕਹਾਂ ਕੀ ਨਾ ਕਹਿ ਵੀ ਕੀ ਸਕਦੀ ਸਾਂ। ਰਹੀਮ ਦੇ ਘਰ ਜੋ ਖੜੀ ਸਾਂ ਉਸਨੇ ਤਾਂ ਆਪਣਾ ਫੈਸਲਾ ਸੁਣਾ ਦਿੱਤਾ ਸੀ। ਕੱਟ ਦਿਓ ਰਜ਼ੀਆ ਦਾ ਨਾਂ, ਇਹ ਹੁਣ ਕਦੇ ਸਕੂਲ ਨਹੀਂ ਆਏਗੀ, ਤੁਸੀਂ ਇੱਥੋਂ ਜਾਓ। ਉਸਦੇ ਇਹ ਸ਼ਬਦ ਮੇਰੇ ਦਿਲ ਵਿੱਚ ਧੁਰ ਅੰਦਰ ਤੱਕ ਵਾਰ ਕਰ ਗਏ। ਮੈਨੂੰ ਇੰਝ ਲੱਗਿਆ ਜਿਵੇਂ ਉਸਨੇ ਮੈਨੂੰ ਬਾਹੋਂ ਫੜ ਆਪਣੇ ਵਿਹੜੇ ਵਿੱਚੋਂ ਧੱਕਾ ਮਾਰ ਕੇ ਬਾਹਰ ਕੱਢ ਦਿੱਤਾ ਹੋਵੇ। ਮੈਂ ਕਦੇ ਰਜ਼ੀਆ ਦੇ ਮਾਸੂਮ ਚਿਹਰੇ ਵੱਲ ਵੇਖਾਂ ਜਿਸ ਦੀਆਂ ਅੱਖਾਂ ਵਿੱਚ ਮੇਰੇ ਲਈ ਮੋਹ ਦੀਆਂ ਤਰੰਗਾਂ ਨਜ਼ਰ ਆ ਰਹੀਆਂ ਸਨ, ਤੇ ਕਦੇ ਉਸਦੇ ਪਿਓ ਰਹੀਮ ਵੱਲ ਜਿਸ ਦੀਆਂ ਅੱਖਾਂ ਮੈਨੂੰ ਲਗਾਤਾਰ ਘੂਰ ਰਹੀਆਂ ਸਨ। ਰਹੀਮ ਨੂੰ 10 ਕੁ ਸਾਲ ਹੋ ਗਏ ਸਨ ਇਸ ਪਿੰਡ ਵਿੱਚ ਆਏ ਨੂੰ। ਕਦੇ ਸਬਜ਼ੀ ਵੇਚ ਕੇ ਆਪਣੇ ਟੱਬਰ ਦਾ ਢਿੱਡ ਭਰਦਾ ਸੀ। 3 ਬੱਚੇ, 2 ਪੁੱਤਰ ਤੇ 1 ਧੀ ਰਜ਼ੀਆ। ਰਜ਼ੀਆ ਸਭ ਤੋਂ ਛੋਟੀ ਤੇ ਲਾਡਲੀ। ਛੋਟਾ ਜਿਹਾ ਘਰ, 2 ਕਮਰੇ ਤੇ ਅੱਗੇ ਕੱਚਾ ਜਿਹਾ ਵਿਹੜਾ। ਘਰ ਵੀ ਕਿਰਾਏ ਤੇ। ਮੈਂ ਕਿਹੜਾ ਅੱਜ ਪਹਿਲੀ ਵਾਰ ਆਈ ਸੀ ਰਹੀਮ ਦੇ ਘਰ, ਅੱਗੇ ਵੀ ਤਾਂ ਕਈ ਵਾਰ ਆਈ। ਅੱਗੇ ਜਦੋਂ ਵੀ ਮੈਂ ਰਹੀਮ ਦੇ ਘਰ ਆਉਂਦੀ ਤਾਂ ਉਹ ਭੱਜਿਆ ਫਿਰਦਾ, ਕਦੇ ਕੁਰਸੀ ਖਿੱਚ ਲਿਆਉਂਦਾ ਤੇ ਕਦੇ ਕਾਹਲੀ ਨਾਲ ਬਾਣ ਦਾ ਮੰਜਾ ਡਾਉਂਦਾ। ਬੜੇ ਆਦਰ ਤੇ ਮਾਣ ਨਾਲ ਬੈਠੋ 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 ਜੀ ਬੈਠੋ, ਨਾਲ ਹੀ ਆਪਣੀ ਘਰਵਾਲੀ ਨੂੰ ਹੁਕਮ ਸੁਣਾਉਂਦਾ, ਰਵੇਨਾ ਮੈਡਮ ਜੀ ਆਏ ਆ, ਚਾਹ ਲਿਆ। ਉਸ ਦੀਆਂ ਗੱਲਾਂ 'ਚੋਂ ਮਾਸੂਮੀਅਤ ਝਲਕਦੀ। ਮੈਂ ਸੋਚਦੀ ਕਿੰਨਾ ਸਾਫ਼ ਦਿਲ ਹੈ। ਜੇ ਕਦੇ ਉਸਦੇ ਬੱਚੇ ਸਕੂਲ ਨਾ ਆਉਂਦੇ ਤਾਂ ਆਪੇ ਝਿੜਕਾਂ ਮਾਰ ਮਾਰ ਛੱਡ ਜਾਂਦਾ। ਅੱਗੇ ਤਾਂ ਰਹੀਮ ਨੇ ਕਦੇ ਵੀ ਮੱਥੇ ਵੱਟ ਨਹੀਂ ਸੀ ਪਾਇਆ ਮੈਨੂੰ ਵੇਖ ਕੇ। ਭਾਵੇਂ ਗਰੀਬ ਸੀ ਪਰ ਖੁਦਦਾਰ ਸੀ। ਜਦੋਂ ਪਿੰਡ ਵਿੱਚ ਰਹਿਣ ਆਇਆ, ਥੋੜੀ ਜਿਹੀ ਜ਼ਮੀਨ ਠੇਕੇ ਤੇ ਲੈ ਸਬਜ਼ੀਆਂ ਬੀਜ ਕੇ ਗੁਜ਼ਾਰਾ ਕਰਨ ਲੱਗਿਆ। ਖੁਸ਼ ਸੀ ਕਿ ਚਲੋ ਰਿਜ਼ਕ ਰੋਟੀ ਚੱਲੀ ਆ ਰਹੀ ਹੈ। ਪਰ ਪਿਛਲੇ ਸਾਲ ਜਿਹੜਾ ਹੜ੍ਹ ਆਇਆ, ਇਸ ਹੜ੍ਹ ਦੇ ਪਾਣੀ ਵਿੱਚ ਉਸਦੀ ਮਿਹਨਤ ਦੇ ਨਾਲ ਨਾਲ ਉਸਦੀਆਂ ਸਾਰੀਆਂ ਖੁਸ਼ੀਆਂ, ਰੀਝਾਂ ਤੇ ਸੁਪਨੇ ਵੀ ਹੜ ਗਏ। ਉਸਦੀ ਜ਼ਿੰਦਗੀ ਦੀਆਂ ਲੀਹਾਂ ਨੇ ਅਜਿਹੇ ਝਟਕੇ ਖਾਧੇ ਜਿਸ ਨਾਲ ਉਸਦਾ ਸਾਰਾ ਟੱਬਰ ਖੇਰੂ ਖੇਰੂ ਹੋਣ ਕਿਨਾਰੇ ਆ ਗਿਆ। ਸਬਜ਼ੀਆਂ ਤਾਂ ਤਬਾਹ ਹੋ ਗਈਆਂ, ਪਰ ਜ਼ਮੀਨ ਦੇ ਮਾਲਕ ਨੇ ਠੇਕੇ ਦੀ ਰਕਮ ਵਸੂਲਣ ਲਈ ਰਹੀਮ ਦੇ ਗਲ ਅੰਗੂਠਾ ਦੇ ਦਿੱਤਾ। ਕਦੇ ਪੁਲਿਸ ਦੀ ਧਮਕੀ ਤੇ ਕਦੇ ਪਿੰਡੋਂ ਧੱਕੇ ਮਾਰ ਕੇ ਬਾਹਰ ਕੱਢਣ ਦੇ ਡਰਾਵੇ। ਰਹੀਮ ਨੇ ਜੋ ਥੋੜੇ ਬਹੁਤੇ ਪੈਸੇ ਚੰਗੇ ਮਾੜੇ ਸਮੇਂ ਲਈ ਰੱਖੇ ਹੋਏ ਸਨ, ਉਹ ਪੈਸੇ ਦੇ ਕੇ ਖਹਿੜਾ ਛੁਡਾਉਣਾ ਚਾਹਿਆ, ਪਰ ਕਿੱਥੇ, ਗੱਲ ਨਾ ਬਣੀ। ਅਖੀਰ ਰਹੀਮ ਬੜੇ ਚਾਵਾਂ ਲਾਡਾਂ ਨਾਲ ਪਾਲੀ ਆਪਣੀ ਪੂਰੀ ਗਾਂ ਦੇ ਕੇ ਕਰਜ਼ੇ ਤੋਂ ਸੁਰਖਰੂ ਹੋਇਆ। ਪਰ ਘਰ ਵਿੱਚ ਕਲੇਸ਼ ਪੈ ਗਿਆ। ਕਿੰਨੇ ਦਿਨ ਬੱਚਿਆਂ ਨੇ ਤੇ ਘਰਵਾਲੀ ਨੇ ਚੱਜ ਨਾਲ ਰੋਟੀ ਨਾ ਖਾਧੀ। ਗਊ ਬਹੁਤ ਲਾਡਾਂ ਨਾਲ ਜੋ ਪਾਲੀ ਹੋਈ ਸੀ, ਰਜ਼ੀਆ ਨੇ ਹੀ ਉਸ ਦਾ ਨਾਂ ਪੂਰੀ ਰੱਖਿਆ ਹੋਇਆ ਸੀ। ਰਹੀਮ ਨੇ ਜਦੋਂ 2-3 ਦਿਨ ਘਰ ਵਿੱਚ ਪਸਰੀ ਚੁੱਪ ਵੇਖੀ ਤਾਂ ਇੱਕ ਦਿਨ ਆਪ ਵੀ ਅੱਧੀ ਰਾਤ ਨੂੰ ਸ਼ਰਾਬ ਪੀ ਰੋਣ ਲੱਗ ਗਿਆ ਤੇ ਆਖਣ ਲੱਗਾ, ਜਦੋਂ ਤੁਸੀਂ ਰੋਟੀ ਨਹੀਂ ਖਾਦੇ, ਮੇਰੇ ਸੰਗੋਂ ਕਿਹੜੀ ਬੁਰਕੀ ਲੰਘਣੀ ਹੈ? ਮੈਨੂੰ ਦੱਸੋ, ਮੈਂ ਕੀ ਕਰਦਾ? ਅਗਲੇ ਮੈਨੂੰ ਸਾਲੇ ਦੀ ਧਮਕੀ ਦਿੰਦੇ ਸਨ। ਸਾਡਾ 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 ਇੱਥੇ ਕੌਣ? ਕਿਹਨੇ ਛਡਾਉਣਾ ਸੀ ਜੇਲ੍ਹ 'ਚੋਂ? ਕਿਹਨੇ ਸੁਣਨੀ ਮੇਰੀ? ਤੁਹਾਨੂੰ ਮੇਰੇ ਨਾਲੋਂ ਵੱਧ ਪਿਆਰੀ ਗਊ ਹੋ ਗਈ। ਰਹੀਮ ਦੀਆਂ ਗੱਲਾਂ ਸੁਣ ਉਸਦੇ ਬੱਚੇ ਤੇ ਘਰਵਾਲੀ ਉਸਨੂੰ ਜੱਫੀ ਪਾ ਰੋਣ ਲੱਗੇ। ਉਸ ਦਿਨ ਤੋਂ ਬਾਅਦ ਕਦੇ ਕਿਸੇ ਨੇ ਗਊ ਦਾ ਜ਼ਿਕਰ ਨਾ ਕੀਤਾ, ਪਰ ਜਦੋਂ ਉਹ ਖਾਲੀ ਕਿੱਲਾ ਤੇ ਖੁਰਲੀ ਵੇਖਦੇ ਤਾਂ ਉਹਨਾਂ ਦੇ ਕਾਲਜੇ ਦਾ ਰੁੱਖ ਭਰ ਆਉਂਦਾ। ਉਹ ਅੰਦਰੋਂ ਅੰਦਰੀ ਹੰਝੂਆਂ ਨੂੰ ਜਜ਼ਬ ਕਰ ਲੈਂਦੇ। ਕਿੰਨੇ ਦਲੇਰ ਤੇ ਕਿੰਨੇ ਹੌਸਲੇ ਵਾਲੇ ਸਾਰੇ। ਪਰ ਰੱਬ ਨੇ ਅਜੇ ਹੋਰ ਪਤਾ ਨਹੀਂ ਕੀ ਕੀ ਦਿਖਾਉਣ ਬਾਰੇ ਸੋਚਿਆ ਹੋਇਆ ਸੀ। ਠੇਕੇ ਵਾਲੀ ਸਾਰੀ ਜ਼ਮੀਨ ਮਾਲਕ ਨੇ ਕਿਸੇ ਹੋਰ ਨੂੰ ਦੇ ਦਿੱਤੀ। ਹੁਣ ਰਹੀਮ ਬਿਲਕੁਲ ਵਿਹਲਾ ਹੋ ਗਿਆ। ਮਾਲਕ ਨੂੰ ਮਿੰਨਤਾਂ ਤਰਲੇ ਕਰਦਾ ਰਿਹਾ ਕਿ ਉਹ ਠੇਕੇ ਦੀ ਰਕਮ ਹੁਣ ਤੱਕ ਠੀਕ ਸਮੇਂ ਤੇ ਦਿੰਦਾ ਆਇਆ ਹੈ। ਆਹ ਤਾਂ ਕੁਦਰਤੀ ਆਫਤ ਸੀ ਜਿਸ ਨੇ ਹਲੂਣ ਕੇ ਰੱਖ ਦਿੱਤਾ। ਅੱਗੋਂ ਤੋਂ ਕਦੇ ਦੇਰੀ ਨਹੀਂ ਹੋਵੇਗੀ। ਪਰ ਉਸ ਵਿਚਾਰੇ ਦੀ ਮਾਲਕ ਨੇ ਇੱਕ ਨਾ ਮੰਨੀ। ਉਂਝ ਵੀ ਗਰੀਬ ਬੰਦੇ ਦੀ ਭਲਾ ਕੌਣ ਸੁਣਦਾ? ਗਰੀਬ ਨੂੰ ਹੀ ਸਭ ਦੀਆਂ ਸੁਣਨੀਆਂ ਪੈਂਦੀਆਂ। ਸ਼ਾਇਦ ਰੱਬ ਨੇ ਤਾਂ ਕੰਨ ਵੀ ਗਰੀਬ ਬੰਦੇ ਨੂੰ ਅਮੀਰਾਂ ਦੀਆਂ ਸੁਣਨ ਲਈ ਦਿੱਤੇ ਨੇ। ਠੇਕੇ ਵਾਲੀ ਜ਼ਮੀਨ ਜਾਣ ਤੋਂ ਬਾਅਦ ਰਹੀਮ ਨੂੰ ਇੰਜ ਲੱਗਾ ਜਿਵੇਂ ਉਸਦੀ ਰਿਜ਼ਕ ਦਾ ਆਖਰੀ ਸਹਾਰਾ ਉਸ ਤੋਂ ਕਿਸੇ ਨੇ ਚਪੇੜ ਮਾਰ ਕੇ ਖੋਹ ਲਿਆ ਹੋਵੇ। ਰਹੀਮ ਦੀ ਘਰਵਾਲੀ ਰਵੀਨਾ ਦੀ ਸਿਹਤ ਕਿਹੜੀ ਠੀਕ ਰਹਿੰਦੀ ਸੀ। ਉਹ ਤਾਂ ਜਿਵੇਂ ਦਵਾਈਆਂ ਦੇ ਸਿਰ ਤੇ ਹੀ ਚੱਲਦੀ ਫਿਰਦੀ ਸੀ। ਘਰ ਦਾ ਸਾਰਾ ਕੰਮ ਰਜ਼ੀਆ ਨੇ ਹੀ ਸਾਂਭਿਆ ਹੋਇਆ ਸੀ। ਰਜ਼ੀਆ ਨੂੰ ਵੇਖ ਇੰਜ ਲੱਗਦਾ ਜਿਵੇਂ ਉਹ ਆਪਣੀ ਉਮਰ ਤੋਂ ਪਹਿਲਾਂ ਹੀ ਬਹੁਤ ਵੱਡੀ ਹੋ ਗਈ ਹੋਵੇ। ਉਸ ਦਾ ਬਚਪਨ ਉਸ ਦੀਆਂ ਘਰ ਦੀਆਂ ਜ਼ਿੰਮੇਵਾਰੀਆਂ ਹੇਠ ਦਰੜਿਆ ਗਿਆ।
ਜਿਹੜੀ ਉਮਰ ਵਿੱਚ ਬੱਚੇ ਗੁੱਡੀਆਂ ਪਟੋਲਿਆਂ ਨਾਲ ਖੇਡਦੇ, ਉਸ ਉਮਰੇ ਰਜ਼ੀਆ ਚੁੱਲ੍ਹੇ ਤੇ ਬੈਠੀ ਰੋਟੀਆਂ ਪਕਾਉਂਦੀ ਹੋਈ ਇੰਜ ਜਾਪਦੀ ਜਿਵੇਂ ਕੋਈ ਹੱਡ ਮਾਸ ਦੀ ਗੁੱਡੀ ਘਰ ਘਰ ਖੇਡਦੀ ਰੋਟੀਆਂ ਪਕਾਉਂਦੀ ਹੋਵੇ। ਰਜ਼ੀਆ ਹੈ ਵੀ ਬਹੁਤ ਸੋਹਣੀ, ਉਸ ਦੀਆਂ ਗੱਲਾਂ ਵੀ ਸਿਆਣੀਆਂ ਵਾਲੀਆਂ। ਸਵੇਰੇ ਸਾਜਰੇ ਉੱਠ ਆਟਾ ਗੁੰਨ, ਸਬਜ਼ੀ ਭਾਜੀ ਰਹਿੰਦੀ ਤੇ ਫਿਰ ਸਕੂਲ ਆਉਂਦੀ। ਇੱਕ ਵਾਰੀ ਜਦੋਂ ਮੇਰੀ ਸਿਹਤ ਕੁਝ ਢਿੱਲੀ ਪੈ ਗਈ, ਮੈਂ ਸਕੂਲ ਤੋਂ ਅੱਧੇ ਦਿਨ ਦੀ ਛੁੱਟੀ ਲੈ ਕੇ ਘਰ ਚਲੇ ਗਈ। ਉਸ ਤੋਂ ਅਗਲੇ ਦਿਨ ਵੀ ਮੈਂ ਸਕੂਲ ਨਹੀਂ ਆ ਸਕੀ। ਸ਼ਾਮ ਨੂੰ 5:30 ਵਜੇ ਫੋਨ ਦੀ ਘੰਟੀ ਵੱਜੀ। ਜਦੋਂ ਮੈਂ ਫੋਨ ਚੁੱਕਿਆ ਤੇ ਬੜੀ ਹੀ ਮਾਸੂਮ ਆਵਾਜ਼, ਹੈਲੋ ਮੈਡਮ ਜੀ, ਤੁਹਾਡੀ ਸਿਹਤ ਠੀਕ ਹੈ ਜੀ? ਮੈਡਮ ਜੀ, ਤੁਸੀਂ ਅੱਜ ਸਕੂਲ ਕਿਉਂ ਨਹੀਂ ਆਏ? ਤੁਹਾਡੇ ਬਿਨਾਂ ਅੱਜ ਸਕੂਲ 'ਚ ਭੋਰਾ ਜੀ ਨਹੀਂ ਲੱਗਿਆ ਸਾਡਾ। ਮੈਂ ਅੰਦਰੋਂ ਅੰਦਰ ਬਹੁਤ ਖੁਸ਼ ਹੋਈ। ਮੇਰਾ ਮਨ ਜਿਵੇਂ ਝੂਮ ਰਿਹਾ ਸੀ ਆਪਣੇ ਲਈ ਬੱਚੇ ਦਾ ਪਿਆਰ ਵੇਖ ਕੇ। ਮੈਂ ਪੁੱਛਿਆ, ਬੇਟਾ ਕੌਣ ਬੋਲ ਰਹੇ ਹੋ? ਤਾਂ ਉਧਰੋਂ ਆਵਾਜ਼ ਆਈ, ਜੀ ਰਜ਼ੀਆ। ਉਸ ਦਿਨ ਤੋਂ ਬਾਅਦ ਤਾਂ ਰਜ਼ੀਆ ਨਾਲ ਮੇਰਾ ਪਿਆਰ ਹੋਰ ਵੀ ਗੂੜਾ ਹੋ ਗਿਆ। ਰਜ਼ੀਆ ਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ। ਪੜ੍ਹਨ ਦੇ ਨਾਲ ਨਾਲ ਹੋਰ ਗਤੀਵਿਧੀਆਂ ਵਿੱਚ ਵੀ ਹਮੇਸ਼ਾ ਅੱਗੇ ਰਹਿੰਦੀ। ਇੱਕ ਵਾਰ ਮੈਂ ਜਮਾਤ ਦੇ ਬੱਚਿਆਂ ਨੂੰ ਪੁੱਛਿਆ, ਬੱਚਿਓ, ਤੁਸੀਂ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹੋ? ਸਾਰੇ ਬੱਚੇ ਆਪਣੇ ਆਪਣੇ ਮਨ ਦੀਆਂ ਤਹਿਆਂ ਖੋਲਣ ਲੱਗੇ। ਕੋਈ ਕਹੇ, ਮੈਡਮ ਜੀ ਮੈਂ ਪੁਲਿਸ ਬਣਨਾ। ਕੋਈ ਕਹੇ, ਮੈਂ ਫੌਜੀ। ਕੋਈ ਕਹੇ, ਨਰਸ। ਰਜ਼ੀਆ ਆਖਣ ਲੱਗੀ, ਮੈਡਮ ਜੀ ਮੈਂ ਤਾਂ ਤੁਸੀਂ ਬਣਨਾ। ਮੈਂ ਕਿਹਾ, ਪੁੱਤ ਏਦਾਂ ਕਹਿ ਕਿ ਮੈਂ ਟੀਚਰ ਬਣਨਾ। ਕਹਿੰਦੀ, ਨਹੀਂ ਜੀ ਮੈਂ ਤਾਂ ਤੁਹਾਡੇ ਵਰਗੀ ਬਣਨਾ। ਮੈਂ ਹੈਰਾਨ ਰਹਿ ਗਈ। ਜਦੋਂ ਉਹ ਜਮਾਤ ਵਿੱਚ ਨਹੀਂ ਹੁੰਦੀ ਤਾਂ ਮੇਰੀਆਂ ਅੱਖਾਂ ਹਮੇਸ਼ਾ ਉਸ ਨੂੰ ਲੱਭਦੀਆਂ ਰਹਿੰਦੀਆਂ। ਮੇਰੇ ਦਿਲ ਵਿੱਚ ਹੌਲ ਜਿਹਾ ਪੈਂਦਾ ਕਿ ਅੱਜ ਰਜ਼ੀਆ ਕਿੱਥੇ ਹੈ। ਮੈਨੂੰ ਮੇਰਾ ਕੁਝ ਗੁਆਚਿਆ ਜਿਹਾ ਲੱਗਦਾ ਤੇ ਜਦੋਂ ਰਜ਼ੀਆ ਜਮਾਤ ਵਿੱਚ ਬੈਠੀ ਪੜ੍ਹ ਰਹੀ ਹੁੰਦੀ ਤਾਂ ਮੇਰਾ ਮਨ ਉਸ ਨੂੰ ਕਿਤਾਬ ਨਾਲ ਸਾਂਝ ਪਾਉਂਦਿਆਂ ਵੇਖ ਮੱਲੋ ਮੱਲੀ ਝੂਮ ਉੱਠਦਾ। ਹੁਣ ਭਾਵੇਂ ਰਹੀਮ ਲੰਬੜਾਂ ਦੇ ਖੇਤਾਂ ਵਿੱਚ ਕੰਮ ਕਰਨ ਲੱਗਿਆ, ਸਵੇਰ ਤੋਂ ਸ਼ਾਮ ਤੱਕ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ, ਨਾ ਦਿਨ ਵੇਖਦਾ ਨਾ ਰਾਤ, ਫਿਰ ਵੀ ਖੁਸ਼ ਸੀ ਕਿ ਚਲੋ ਢਿੱਡ ਭਰ ਕੇ 2 ਵਕਤ ਦੀ ਰੋਟੀ ਤਾਂ ਮਿਲ ਰਹੀ ਹੈ ਸਾਰੇ ਟੱਬਰ ਨੂੰ। ਪਰ ਕਹਿੰਦੇ ਨੇ ਮਾੜੇ ਦੀ ਮਾੜੀ ਕਿਸਮਤ। ਪਤਾ ਨਹੀਂ ਵੱਡੇ ਲੰਬੜ ਦੇ ਮਨ ਵਿੱਚ ਇੱਕ ਦਿਨ ਕੀ ਆਈ। ਰਹੀਮ ਦਾ ਆਥਣ ਵੇਲੇ ਹਿਸਾਬ ਕਰ ਦਿੱਤਾ ਤੇ ਕਿਹਾ, ਕੱਲ ਤੋਂ ਖੇਤਾਂ 'ਚ ਨਾ ਆਈ। ਇਹ ਹੁਕਮ ਇੰਜ ਸੀ ਜਿਵੇਂ ਬਿਨਾਂ ਕਿਸੇ ਕਸੂਰੋਂ ਕਿਸੇ ਨੂੰ ਮੌਤ ਦੀ ਸਜ਼ਾ ਸੁਣਾਈ ਹੋਵੇ, ਉਹ ਵੀ ਬਿਨਾਂ ਕਿਸੇ ਅਪੀਲ ਦਲੀਲ ਤੋਂ। ਮੈਨੂੰ ਰਹੀਮ ਨਾਲ ਹਮਦਰਦੀ ਸੀ, ਪਰ ਮੈਂ ਹੈਰਾਨ ਸੀ ਕਿ ਉਹ ਆਪਣੀ ਬੇਵਸੀ ਦਾ ਗੁੱਸਾ ਆਪਣੀ ਧੀ ਤੇ ਕਿਉਂ ਕੱਢ ਰਿਹਾ ਹੈ। ਫਿਰ ਮੈਂ ਥੋੜੀ ਹਿੰਮਤ ਕਰਕੇ ਬੋਲੀ, ਤੁਹਾਡੀ ਬੇਟੀ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਹੈ, ਇਸ ਦੇ ਸੁਨਹਿਰੀ ਭਵਿੱਖ ਬਾਰੇ ਸੋਚੋ, ਇਸ ਨੂੰ ਸਕੂਲ ਭੇਜੋ। ਮੇਰਾ ਇੰਨਾ ਕਹਿਣ ਦੀ ਦੇਰ ਸੀ ਕਿ ਰਹੀਮ ਬੜੇ ਹੀ ਰੋਬ ਨਾਲ ਕੱਛਾਂ ਵਿੱਚ ਹੱਥ ਦੇ ਕੇ ਵਿਹੜੇ ਵਿੱਚ ਟਹਿਲਦਾ ਹੋਇਆ ਬੋਲਿਆ, ਨਹੀਂ ਜੀ ਮੈਂ ਇੱਕ ਵਾਰ ਕਹਿ ਦਿੱਤਾ, ਮੈਂ ਨਹੀਂ ਭੇਜਣੀ ਸਕੂਲ, ਤੁਸੀਂ ਨਾ ਕੱਟ ਦਿਓ। ਹੁਣ ਮੈਨੂੰ ਵੀ ਥੋੜਾ ਗੁੱਸਾ ਆ ਗਿਆ। ਮੈਂ ਵੀ ਕਿਹਾ, ਠੀਕ ਹੈ, ਮੈਨੂੰ ਤਾਂ ਚਿੰਤਾ ਸੀ ਇਸ ਬੱਚੀ ਦੀ, ਤਾਂ ਹੀ ਤਾਂ ਮੈਂ ਤੁਹਾਡੇ ਘਰ ਆਈ। ਜਦੋਂ ਤੁਹਾਨੂੰ ਹੀ ਕੋਈ ਨਹੀਂ ਫਿਕਰ ਤਾਂ ਅਸੀਂ ਕੀ ਕਰ ਸਕਦੇ ਹਾਂ? ਸਾਨੂੰ ਵੀ ਇੱਕ ਬੱਚੇ ਦਾ ਨਾਂ ਕੱਟਣ ਤੇ ਕੋਈ ਫਰਕ ਨਹੀਂ ਪੈਣ ਲੱਗਿਆ। ਮੈਂ ਇੰਨਾ ਕਹਿ ਵਾਪਸ ਸਕੂਲ ਆ ਗਈ। ਮੇਰੇ ਦਿਮਾਗ ਵਿੱਚ ਰਹੀਮ ਦੀਆਂ ਗੱਲਾਂ ਹੀ ਘੁੰਮ ਰਹੀਆਂ ਸਨ। ਮੈਂ ਆਪਣੇ ਆਪ ਨੂੰ ਕੋਸ ਰਹੀ ਸਾਂ, ਮੁੜ ਮੁੜ ਸੋਚ ਰਹੀ ਸਾਂ, ਕੀ ਲੋੜ ਸੀ ਮੈਨੂੰ ਉਸਦੇ ਘਰ ਜਾਣ ਦੀ? ਮੇਰੀ ਕੀ ਇੱਜ਼ਤ ਰਹਿ ਗਈ? ਮੈਂ ਬੱਚਿਆਂ ਨੂੰ ਵੀ ਠੀਕ ਢੰਗ ਨਾਲ ਪੜ੍ਹਾ ਨਹੀਂ ਸੀ ਪਾ ਰਹੀ। ਜ਼ਿੰਦਗੀ ਵਿੱਚ ਪਹਿਲੀ ਵਾਰ ਮੈਨੂੰ ਇੰਨੀ ਬੇਇੱਜ਼ਤੀ ਮਹਿਸੂਸ ਹੋ ਰਹੀ ਸੀ। ਮੈਂ ਆਪਣੇ ਨਾਲ ਦੇ ਅਧਿਆਪਕਾਂ ਨਾਲ ਵੀ ਨਜ਼ਰਾਂ ਨਹੀਂ ਸੀ ਮਿਲਾ ਪਾ ਰਹੀ। ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਹ ਕਹਿ ਰਹੇ ਹੋਣ, ਉਤਰ ਗਿਆ ਭੂਤ ਸੁਧਾਰਦਾ, ਕਦੇ ਓਵਰ ਟਾਈਮ ਕਦੇ ਕੁਝ ਹੋਰ ਜਾਓ ਬੱਚਿਆਂ ਦੇ ਘਰ, ਬੱਚਿਆਂ ਨੂੰ ਬੁਲਾਉਣ, ਹੁਣ ਟਿਕ ਕੇ ਬੈਠ ਜਾਓ। ਪਤਾ ਨਹੀਂ ਇਹ ਮੇਰੇ ਮਨ ਦਾ ਵਹਿਮ ਸੀ ਜਾਂ ਕੁਝ ਹੋਰ। ਮੈਂ ਖੁਦ ਤੋਂ ਹੀ ਨਜ਼ਰਾਂ ਚੁਰਾ ਰਹੀ ਸੀ ਜਾਂ ਆਪਣੇ ਨਾਲ ਦੇ ਅਧਿਆਪਕ ਸਾਥੀਆਂ ਤੋਂ। ਫਿਰ ਮੈਂ ਅਚਾਨਕ ਸੋਚਣ ਲੱਗੀ, ਰਜ਼ੀਆ ਦੀ ਜਮਾਤ ਵਿੱਚ ਹੀ ਪੜ੍ਹਦੀ ਕੁੜੀ ਜੋ ਮੇਰੇ ਨਾਲ ਉਸਦੇ ਘਰ ਗਈ ਸੀ, ਉਸਦੇ ਸਾਹਮਣੇ ਮੇਰੀ ਕੀ ਰਹਿ ਗਈ? ਮੇਰੀ ਉਸ ਬੱਚੀ ਨਾਲ ਨਜ਼ਰਾਂ ਮਿਲਾਉਣ ਦੀ ਹਿੰਮਤ ਵੀ ਜਵਾਬ ਦੇ ਗਈ। ਮੈਂ ਹੁਣ ਮਨ ਅੰਦਰ ਹੀ ਫੈਸਲਾ ਕਰ ਲਿਆ ਆਪਣੇ ਆਪ ਨਾਲ, ਅੱਜ ਤੋਂ ਬਾਅਦ ਕਿਸੇ ਵੀ ਬੱਚੇ ਦੇ ਘਰ ਕਦੇ ਨਹੀਂ ਜਾਵਾਂਗੀ। ਜੇ ਮੈਂ ਅੱਜ ਰਜ਼ੀਆ ਦੇ ਘਰ ਗਈ ਤਾਂ ਹੀ ਮੈਨੂੰ ਉਸਦੇ ਪਿਓ ਤੋਂ ਇੰਨਾ ਕੁਝ ਸੁਣਨਾ ਪਿਆ। ਜੇ ਮੈਂ ਉੱਥੇ ਨਾ ਜਾਂਦੀ ਤਾਂ ਕਿਵੇਂ ਉਹ ਮੈਨੂੰ ਕੁਝ ਕਹਿ ਸਕਦਾ ਸੀ? ਮੈਂ ਫਿਰ ਸੋਚਣ ਲੱਗੀ ਕਿ ਮੈਂ ਪਿਛਲੇ 14-15 ਸਾਲਾਂ ਤੋਂ ਇਸ ਸਕੂਲ ਵਿੱਚ ਹੀ ਪੜ੍ਹਾ ਰਹੀ ਹਾਂ। ਬਹੁਤ ਸਾਰੇ ਬੱਚੇ ਮੇਰੇ ਕੋਲੋਂ ਪੜ੍ਹ ਕੇ ਗਏ ਨੇ। ਉਹ ਬੱਚੇ ਤੇ ਉਹਨਾਂ ਦੇ ਮਾਪੇ ਮੈਨੂੰ ਕਿੰਨਾ ਆਦਰ ਮਾਣ ਦਿੰਦੇ ਹਨ। ਮੈਂ ਅੱਜ ਤੱਕ ਹਰ ਕਿਸੇ ਦੀ ਗਮੀ ਤੇ ਖੁਸ਼ੀ ਵਿੱਚ ਸ਼ਰੀਕ ਹੋਈ ਹਾਂ।
ਰਹੀਮ ਦੇ ਦੋ ਬੱਚੇ ਵੀ ਪਹਿਲਾਂ ਮੇਰੇ ਕੋਲੋਂ ਹੀ 5ਵੀਂ ਪਾਸ ਕਰਕੇ ਗਏ ਸਨ। ਉਸਨੇ ਪਹਿਲਾਂ ਤਾਂ ਕਦੇ ਮੈਨੂੰ ਇੰਜ ਅੱਖਾਂ ਨਹੀਂ ਦਿਖਾਈਆਂ, ਫਿਰ ਅੱਜ ਕਿਉਂ? ਫਿਰ ਮੈਂ ਆਪਣੇ ਬਾਰੇ ਸੋਚਣ ਲੱਗੀ ਕਿ ਸ਼ਾਇਦ ਭੁੱਲ ਭੁਲੇਖੇ ਮੈਥੋਂ ਹੀ ਤਾਂ ਨਹੀਂ ਉਸ ਨਾਲ ਕੋਈ ਵਧੀਕੀ ਹੋਈ ਹੋਵੇ। ਵਾਰ-ਵਾਰ ਸੋਚਣ ਤੇ ਵੀ ਮੈਨੂੰ ਕੁਝ ਯਾਦ ਨਹੀਂ ਆਇਆ। ਮੈਂ ਪਰੇਸ਼ਾਨ ਸੀ। ਵਾਰ-ਵਾਰ ਰਜ਼ੀਆ ਬਾਰੇ ਸੋਚਣ ਲੱਗਦੀ। ਬੱਚੀ ਕਿੰਨੀ ਲਾਇਕ ਹੈ, ਪੜ੍ਹਨ ਵਿੱਚ ਵੀ ਹੁਸ਼ਿਆਰ ਤੇ ਡਰਾਇੰਗ ਵੀ ਕਿੰਨੀ ਸੋਹਣੀ ਕਰਦੀ ਹੈ। ਕੀ ਬਣੂ ਇਸ ਬੱਚੀ ਦਾ? ਅੱਧੀ ਛੁੱਟੀ ਹੋਣ ਤੇ ਵੀ ਮੈਂ ਜਮਾਤ ਵਿੱਚ ਹੀ ਬੈਠੀ ਰਹੀ। ਰੋਟੀ ਦੀ ਵੀ ਭੁੱਖ ਜਿਵੇਂ ਮਰ ਗਈ ਹੋਵੇ। ਘਰ ਜਾ ਕੇ ਵੀ ਮੇਰੀਆਂ ਅੱਖਾਂ ਅੱਗੇ ਰਜ਼ੀਆ ਦਾ ਮਾਸੂਮ ਚਿਹਰਾ ਹੀ ਘੁੰਮਦਾ ਰਿਹਾ। ਫਿਰ ਮੈਨੂੰ ਯਾਦ ਆਇਆ, ਮੈਂ ਰਹੀਮ ਨੂੰ ਕਿਹਾ ਸੀ ਕਿ ਮੈਨੂੰ ਇੱਕ ਬੱਚੇ ਦੇ ਨਾਂ ਕੱਟਣ ਤੇ ਕੋਈ ਫਰਕ ਨਹੀਂ ਪੈਣ ਲੱਗਿਆ। ਫਿਰ ਮੈਂ ਉਦਾਸ ਕਿਉਂ ਵਾਰ-ਵਾਰ ਰਜ਼ੀਆ ਬਾਰੇ ਹੀ ਸੋਚ ਰਹੀ ਹਾਂ? ਮੈਨੂੰ ਇੰਝ ਮਹਿਸੂਸ ਹੋਇਆ ਜਿਵੇਂ ਮੈਂ ਆਪਣੇ ਆਪ ਨਾਲ ਹੀ ਝੂਠ ਬੋਲ ਰਹੀ ਹਾਂ। ਹਾਂ, ਇਹ ਝੂਠ ਹੀ ਤਾਂ ਹੈ ਕਿ ਮੈਨੂੰ ਇੱਕ ਬੱਚੇ ਦਾ ਨਾਂ ਕੱਟਣ ਤੇ ਕੋਈ ਫਰਕ ਨਹੀਂ ਪੈਣ ਲੱਗਿਆ। ਸੱਚ ਤਾਂ ਇਹੀ ਹੈ ਕਿ ਮੈਨੂੰ ਫਰਕ ਪੈਂਦਾ ਹੈ। ਰਜ਼ੀਆ ਦਾ ਜਮਾਤ ਵਿੱਚ ਹੋਣ ਜਾਂ ਨਾ ਹੋਣ ਦਾ ਜੇ ਮੈਨੂੰ ਫਰਕ ਪੈਂਦਾ ਹੈ ਤਾਂ ਹੀ ਤਾਂ ਮੈਂ ਵਾਰ-ਵਾਰ ਰਜ਼ੀਆ ਬਾਰੇ ਹੀ ਸੋਚ ਰਹੀ ਹਾਂ। ਮੇਰੀ ਚੁੱਪੀ ਤੇ ਉਦਾਸੀ ਨੂੰ ਮੇਰੀ 8 ਕੁ ਸਾਲਾਂ ਦੀ ਧੀ ਨੇ ਵੀ ਮੇਰੇ ਚਿਹਰੇ ਤੋਂ ਆਸਾਨੀ ਨਾਲ ਪੜ੍ਹ ਲਿਆ ਹੈ। ਮੈਨੂੰ ਪੁੱਛਦੀ ਹੈ, ਮੰਮੀ ਜੀ, ਕੀ ਤੁਸੀਂ ਮੈਥੋਂ ਨਾਰਾਜ਼ ਹੋ? ਮੈਂ ਹੈਰਾਨ ਆਪਣੀ ਧੀ ਦੀ ਗੱਲ ਸੁਣ ਕੇ। ਕੀ ਮੇਰੀ ਧੀ ਇੰਨੀ ਵੱਡੀ ਹੋ ਗਈ ਹੈ ਜੋ ਆਪਣੀ ਮਾਂ ਦਾ ਚਿਹਰਾ ਪੜ੍ਹ ਸਕਦੀ ਹੈ? ਫਿਰ ਮੈਂ ਗੱਲ ਟਾਲਣ ਲਈ ਕਿਹਾ, ਪੁੱਤ, ਮੇਰਾ ਸਰੀਰ ਦਰਦ ਹੋ ਰਿਹਾ ਹੈ। ਉਹ ਆਪਣੇ ਨਿੱਕੇ-ਨਿੱਕੇ ਹੱਥਾਂ ਨਾਲ ਮੇਰਾ ਸਿਰ ਦਬਾਉਣ ਲੱਗੀ। ਮੇਰੇ ਮਨ ਨੂੰ ਬਹੁਤ ਰਾਹਤ ਮਿਲੀ, ਪਰ ਜਦੋਂ ਮੈਂ ਆਪਣੀ ਧੀ ਦੇ ਚਿਹਰੇ ਵੱਲ ਵੇਖਿਆ ਤਾਂ ਮੈਨੂੰ ਰਜ਼ੀਆ ਦਾ ਚਿਹਰਾ ਕਿਉਂ ਨਜ਼ਰ ਆਇਆ। ਮੈਂ ਰਾਤ ਨੂੰ ਵੀ ਚੰਗੀ ਤਰ੍ਹਾਂ ਸੌ ਨਾ ਸਕੀ। ਰਜ਼ੀਆ ਹੀ ਕਦੇ ਹੱਸਦੀ ਨਜ਼ਰ ਆਵੇ, ਕਦੇ ਰੋਂਦੀ। ਇੱਕ ਵਾਰ ਤਾਂ ਮੈਨੂੰ ਇੰਜ ਲੱਗਿਆ ਜਿਵੇਂ ਰਹੀਮ ਰਜ਼ੀਆ ਦੀ ਬਾਂਹ ਫੜ ਕਿਧਰੇ ਦੂਰ ਲੈ ਕੇ ਜਾ ਰਿਹਾ ਹੈ। ਮੇਰੀ ਅੱਖ ਖੁੱਲ੍ਹ ਗਈ। ਫਿਰ ਸਾਰੀ ਰਾਤ ਹੀ ਮੈਨੂੰ ਨੀਂਦ ਨਾ ਆਈ। ਪ੍ਰੇਅਰ ਤੋਂ ਬਾਅਦ ਜਦੋਂ ਮੈਂ ਆਪਣੀ ਜਮਾਤ ਵਿੱਚ ਬੱਚਿਆਂ ਨੂੰ ਪੜ੍ਹਾ ਰਹੀ ਸਾਂ, ਰਹੀਮ ਰਜ਼ੀਆ ਦੀ ਬਾਂਹ ਫੜੀ ਜਮਾਤ ਵਿੱਚ ਦਾਖਲ ਹੋਇਆ। ਮੇਰੇ ਹੱਥ ਵਿੱਚ ਚਾਕ ਸੀ ਤੇ ਮੈਂ ਬਲੈਕ ਬੋਰਡ ਤੇ ਕੁਝ ਲਿਖ ਰਹੀ ਸਾਂ। ਰਹੀਮ ਅਚਾਨਕ ਮੇਰੇ ਪੈਰਾਂ ਤੇ ਹੱਥ ਲਾਉਣ ਲੱਗਿਆ। ਮੈਂ ਇੱਕਦਮ ਤਰਪ ਕੇ ਪਿੱਛੇ ਹੋ ਗਈ। ਉਹ ਹੱਥ ਜੋੜੀ ਮੇਰੇ ਕੋਲ ਖੜਾ ਆਖਣ ਲੱਗਿਆ, ਮੈਡਮ ਜੀ, ਮੈਥੋਂ ਗਲਤੀ ਹੋ ਗਈ। ਕੱਲ ਮੈਥੋਂ ਬਹੁਤ ਬੁਰਾ ਭਲਾ ਕਹਿ ਹੋ ਗਿਆ। ਮੈਨੂੰ ਬਹੁਤ ਪਛਤਾਵਾ ਹੈ। ਉਸ ਦੀਆਂ ਅੱਖਾਂ ਵਿੱਚ ਸੱਚਮੁੱਚ ਹੀ ਪਛਤਾਵੇ ਦੇ ਅਥਰੂ ਸਨ। ਮੈਂ ਹੈਰਾਨ ਸੀ ਕਿ ਇਹ ਕੱਲ ਵਾਲਾ ਹੀ ਰਹੀਮ ਹੈ। ਮੈਂ ਹੁਣ ਵੀ ਚੁੱਪ ਸਾਂ। ਮੈਂ ਕੁਝ ਨਹੀਂ ਸੀ ਬੋਲ ਪਾ ਰਹੀ। ਰਹੀਮ ਨੇ ਦੱਸਿਆ, ਮੇਰੀ ਪਿਛਲੇ 5-6 ਦਿਨਾਂ ਤੋਂ ਕੋਈ ਦਿਹਾੜੀ ਨਹੀਂ ਲੱਗੀ। ਤੁਹਾਨੂੰ ਸਾਡੇ ਘਰ ਦੀ ਹਾਲਤ ਦਾ ਪਤਾ ਹੀ ਹੈ। ਮੈਨੂੰ ਕਿਸੇ ਨੇ ਕਿਹਾ ਸੀ ਕਿ ਰਜ਼ੀਆ ਨੂੰ ਬੜੀ ਕੋਠੀ ਵਿੱਚ ਬੱਚਾ ਸਾਂਭਣ ਲਈ ਭੇਜਣ ਤੇ 1000 ਰੁਪਏ ਮਹੀਨਾ ਮਿਲਿਆ ਕਰਨਗੇ। ਮੈਂ ਮਜਬੂਰ ਸਾਂ। ਮੈਡਮ ਜੀ, ਢਿੱਡ ਦੀ ਭੁੱਖ ਬੰਦੇ ਦੀ ਰੂਹ ਨੂੰ ਮਾਰ ਦਿੰਦੀ। ਕੱਲ ਮੈਂ ਨਹੀਂ, ਮੇਰੇ ਵਿੱਚ ਮੇਰੇ ਪਰਿਵਾਰ ਦੀ ਬੇਵਸ ਭੁੱਖ ਬੋਲ ਰਹੀ ਸੀ। ਮੇਰੇ ਘਰ ਦੇ ਜੀ ਇਸ ਗੱਲ ਲਈ ਸਹਿਮਤ ਨਹੀਂ ਸਨ, ਜਿਸ ਕਾਰਨ ਕੱਲ ਜਦੋਂ ਤੁਸੀਂ ਮੇਰੇ ਘਰ ਆਏ ਤਾਂ ਮੈਥੋਂ ਤੁਹਾਨੂੰ ਵੀ ਵੱਧ ਘੱਟ ਬੋਲ ਹੋ ਗਿਆ, ਕਿਉਂਕਿ ਮੇਰਾ ਸਾਰਾ ਪਰਿਵਾਰ ਮੈਥੋਂ ਬਾਗੀ ਹੋ ਗਿਆ ਸੀ। ਕੋਈ ਨਹੀਂ ਸੀ ਚਾਹੁੰਦਾ ਕਿ ਰਜ਼ੀਆ ਘਰੋਂ ਜਾਵੇ। ਕਿਸੇ ਨੇ ਵੀ ਕੱਲ ਦੀ ਰੋਟੀ ਦੀ ਬੁਰਕੀ ਮੂੰਹ ਨੂੰ ਨਹੀਂ ਲਾਈ। ਕਹਿੰਦੇ ਜੇ ਭੁੱਖ ਨਾਲ ਮਰ ਗਏ ਤਾਂ ਕੋਈ ਗੱਲ ਨਹੀਂ, ਹਾਂ, ਪਰ ਇੱਕ ਦੂਜੇ ਤੋਂ ਬਗੈਰ ਨਹੀਂ। ਰਜ਼ੀਆ ਮੇਰੇ ਗੱਲ ਲੱਗ ਬਹੁਤ ਰੋਈ ਤੇ ਆਖਣ ਲੱਗੀ, ਅੱਬੂ, ਤੈਨੂੰ ਮੇਰੇ ਤੇ ਗਊ 'ਚ ਕੋਈ ਫਰਕ ਨਜ਼ਰ ਨਹੀਂ ਆਇਆ? ਮੇਰੇ ਭਾਗ ਵੀ ਪੂਰੀ ਵਰਗੇ ਹੀ ਨੇ। ਚੰਦਰੀ ਦੇ ਬੋਲਾਂ ਨੇ ਮੈਨੂੰ ਹਲੂਣ ਕੇ ਰੱਖ ਦਿੱਤਾ। ਮੇਰੀ ਰੂਹ ਚੰਬੀ ਗਈ। ਮੈਡਮ ਜੀ, ਮੈਨੂੰ ਆਪਣੀ ਭੁੱਲ ਦਾ ਅਹਿਸਾਸ ਹੈ। ਮੈਨੂੰ ਪਤਾ ਕਿ ਤੁਹਾਨੂੰ ਇੱਕ ਬੱਚੇ ਦਾ ਨਾਂ ਕੱਟਣ ਤੇ ਕੋਈ ਫਰਕ ਨਹੀਂ ਪੈਣ ਲੱਗਿਆ, ਪਰ ਮੇਰੀ ਰਜ਼ੀਆ ਦਾ ਨਾਂ ਨਾ ਕੱਟਿਓ। ਅੱਜ ਮੈਂ ਦਿਹਾੜੀ ਲੱਭਣ ਚੱਲਿਆ। ਮੇਰੀ ਧੀ ਤੁਹਾਡੇ ਕੋਲ ਹੀ ਪੜ੍ਹੇਗੀ, ਤੁਹਾਡੇ ਕੋਲ ਹੀ ਪੜ੍ਹੇਗੀ। ਰਹੀਮ ਬੋਲ ਰਿਹਾ ਸੀ ਤੇ ਮੇਰੀਆਂ ਅੱਖਾਂ 'ਚੋਂ ਹੰਝੂ ਮੇਰੇ ਕਾਬੂ ਤੋਂ ਬਾਹਰ ਹੁੰਦੇ ਜਾਪ ਰਹੇ ਸਨ। ਸਾਰੇ ਬੱਚੇ ਮੇਰੇ ਮੂੰਹ ਵੱਲ ਵੇਖ ਰਹੇ ਸਨ। ਰਹੀਮ ਆਪਣੇ ਹੱਥ ਜੋੜੀ ਖੜਾ ਸੀ ਤੇ ਉਸ ਦੀਆਂ ਨਜ਼ਰਾਂ ਮੇਰੇ ਮੂੰਹ ਤੇ ਟਿਕੀਆਂ ਹੋਈਆਂ ਸਨ। ਮੈਂ ਰਹੀਮ ਨੂੰ ਕਿਹਾ, ਮੈਂ ਰਜ਼ੀਆ ਦਾ ਨਾਂ ਨਹੀਂ ਕੱਟ ਸਕਦੀ, ਕਿਉਂਕਿ ਮੈਨੂੰ ਇਸ ਦਾ ਨਾਂ ਕੱਟਣ ਨਾਲ ਬਹੁਤ ਫਰਕ ਪੈਂਦਾ ਹੈ। ਹਾਂ, ਬਹੁਤ ਫਰਕ ਪੈਂਦਾ ਹੈ।